ਹੈਲੋ ਸਟੂਡੈਂਟਸ, ਅੱਜ ਆਪਾਂ ਕਲਾਸ BA 3 ਸਮੈਸਟਰ 5th ਚੈਪਟਰ ਲੂਇਸ ਥਿਊਰੀ ਆਫ ਅਨਲਿਮਿਟਿਡ ਸਪਲਾਈ ਆਫ ਲੇਬਰ ਪੜ੍ਹਾਂਗੇ। ਲੂਇਸ ਨੇ ਇੱਕ ਐਸੇ ਇਕਨੋਮਿਕ ਡਿਵੈਲਪਮੈਂਟ ਵਿਦ ਅਨਲਿਮਿਟਿਡ ਸਪਲਾਈ ਆਫ ਲੇਬਰ ਦੇ ਵਿੱਚ ਦੱਸਿਆ ਕਿ ਅੰਡਰ ਡਿਵੈਲਪਡ ਇਕੋਨਮੀਜ਼ ਦੇ ਵਿੱਚ ਲੇਬਰ ਦੀ ਸਪਲਾਈ ਅਨਲਿਮਿਟਿਡ ਹੁੰਦੀ ਹੈ। ਲੇਬਰ ਬਹੁਤ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਪਾਪੂਲੇਸ਼ਨ ਜ਼ਿਆਦਾ ਹੁੰਦੀ ਹੈ, ਪਰ ਇੱਥੇ ਕੈਪੀਟਲ ਦੀ ਕਮੀ ਹੁੰਦੀ ਹੈ। ਕੈਪੀਟਲ ਦੀ ਕਮੀ ਹੋਣ ਕਰਕੇ ਇੱਥੇ ਕੈਪੀਟਲ ਫਾਰਮੇਸ਼ਨ ਘੱਟ ਹੁੰਦਾ ਹੈ, ਜਿਹਦੇ ਕਰਕੇ ਇਹ ਦੇਸ਼ ਅੰਡਰ ਡਿਵੈਲਪਡ ਰਹਿ ਜਾਂਦੇ ਹੈ। ਇਸ ਕਰਕੇ ਲੂਇਸ ਨੇ ਦੱਸਿਆ ਕਿ ਅੰਡਰ ਡਿਵੈਲਪਡ ਇਕੋਨਮੀਜ਼ ਅਨਲਿਮਿਟਿਡ ਲੇਬਰ ਫੋਰਸ ਦਾ ਪ੍ਰਯੋਗ ਕੈਪੀਟਲ ਫਾਰਮੇਸ਼ਨ ਵਾਸਤੇ ਕਰਕੇ ਇਕਨੋਮਿਕ ਡਿਵੈਲਪਮੈਂਟ ਕਰ ਸਕਦੇ ਹੈ। ਲੇਬਰ ਦੀ ਸਪਲਾਈ ਨੂੰ ਪ੍ਰੋਪਰ ਯੂਜ਼ ਕਰਕੇ ਇਨਵੈਸਟਮੈਂਟ ਨੂੰ ਵਧਾਇਆ ਜਾ ਸਕਦਾ ਹੈ ਅਤੇ ਇਹ ਦੇਸ਼ ਆਪਣਾ ਡਿਵੈਲਪਮੈਂਟ ਕਰ ਸਕਦੇ ਹੈ। ਇਸ ਥਿਊਰੀ ਦੀਆਂ ਕੁਝ ਅਜੰਪਸ਼ਨਸ ਹੈ, ਜਿਵੇਂ ਪਹਿਲੀ ਅਜੰਪਸ਼ਨ ਹੈਗੀ ਹੈ ਕਿ ਇੱਥੇ ਪਾਪੂਲੇਸ਼ਨ ਜ਼ਿਆਦਾ ਹੁੰਦੀ ਹੈ। ਪਾਪੂਲੇਸ਼ਨ ਜ਼ਿਆਦਾ ਹੋਣ ਕਰਕੇ ਇਹਨਾਂ ਦੇਸ਼ਾਂ ਦੇ ਵਿੱਚ ਡਿਸਗਾਈਜ਼ਡ ਅਨਇੰਪਲਾਇਮੈਂਟ ਪਾਈ ਜਾਂਦੀ ਹੈ। ਡਿਸਗਾਈਜ਼ਡ ਅਨਇੰਪਲਾਇਮੈਂਟ ਦੇ ਵਿੱਚ ਲੇਬਰ ਦੀ ਮਾਰਜਨਲ ਪ੍ਰੋਡਕਟਿਵਿਟੀ 0 ਦੇ ਬਰਾਬਰ ਹੁੰਦੀ ਹੈ। ਜਿਹੜਾ ਫਾਲਤੂ ਲੇਬਰ ਹੁੰਦਾ ਉਹਦੀ ਮਾਰਜਨਲ ਪ੍ਰੋਡਕਟਿਵਿਟੀ 0 ਦੇ ਬਰਾਬਰ ਹੁੰਦੀ ਹੈ, ਜਾਂ ਜਿਹੜਾ ਡਿਸਗਾਈਜ਼ਡ ਅਨਇੰਪਲਾਇਮੈਂਟ ਨਾਲ ਤੋਂ ਪੀੜਤ ਲੇਬਰ ਹੁੰਦਾ ਹੈ ਉਸ ਦੀ ਮਾਰਜਨਲ ਪ੍ਰੋਡਕਟਿਵਿਟੀ 0 ਦੇ ਬਰਾਬਰ ਹੁੰਦੀ ਹੈ। ਦੂਸਰੀ ਅਜੰਪਸ਼ਨ ਹੈ ਸਪਲਾਈ ਆਫ ਲੇਬਰ ਪਰਫੈਕਟਲੀ ਇਲਾਸਟਿਕ ਐਟ ਸਬਸਿਸਟੈਂਸ ਵੇਜ ਰੇਟ। ਲੇਬਰ ਦੀ ਸਪਲਾਈ ਨੂੰ ਜੀਵਨ ਨਿਰਵਾਹ ਮਜ਼ਦੂਰੀ ਦੇ ਉੱਤੇ ਜਿੰਨਾ ਮਰਜ਼ੀ ਵਧਾਇਆ ਜਾ ਸਕਦਾ ਹੈ, ਜਿੰਨੀ ਮਰਜ਼ੀ ਸਪਲਾਈ ਪ੍ਰਾਪਤ ਕੀਤੀ ਜਾ ਸਕਦੀ ਹੈ। ਤੀਸਰੀ ਅਜੰਪਸ਼ਨ ਹੈ ਡਿਊਲਿਜ਼ਮ। ਇਕੋਨਮੀ ਦੇ ਵਿੱਚ ਦੋਹਰਾਪਣ ਪਾਇਆ ਜਾਂਦਾ ਹੈ। ਇਕੋਨਮੀ 'ਚ ਦੋ ਸੈਕਟਰ ਹੁੰਦੇ ਹੈ, ਕੈਪੀਟਲਿਸਟ ਸੈਕਟਰ ਅਤੇ ਪ੍ਰਾਇਮਰੀ ਸੈਕਟਰ। ਹੁਣ ਆਪਾਂ ਦੱਸਦੇ ਹਾਂ ਜੀ ਲੂਇਸ ਦੇ ਅਕੋਰਡਿੰਗ ਕਿ ਗਰੋਥ ਪ੍ਰੋਸੈਸ ਇਸ ਇਕੋਨਮੀ ਦੀ ਕਿਵੇਂ ਹੁੰਦੀ ਹੈ। ਗਰੋਥ ਪ੍ਰੋਸੈਸ ਵਾਸਤੇ ਇਹ ਹੈ ਕਿ ਇਹਨਾਂ ਦੇਸ਼ਾਂ ਦੇ ਵਿੱਚ ਪਾਪੂਲੇਸ਼ਨ ਜ਼ਿਆਦਾ ਹੋਣ ਕਰਕੇ ਲੇਬਰ ਦੀ ਸਪਲਾਈ ਲੇਬਰ ਦੀ ਡਿਮਾਂਡ ਨਾਲੋਂ ਜ਼ਿਆਦਾ ਹੁੰਦੀ ਹੈ। ਇੱਥੇ ਦੋ ਸੈਕਟਰ ਹੁੰਦੇ ਆ, ਕੈਪੀਟਲਿਸਟ ਸੈਕਟਰ ਅਤੇ ਪ੍ਰਾਇਮਰੀ ਸੈਕਟਰ। ਕੈਪੀਟਲਿਸਟ ਸੈਕਟਰ ਦੇ ਵਿੱਚ ਆਊਟਪੁੱਟ ਦਾ ਲੈਵਲ ਹਾਈ ਹੁੰਦਾ ਹੈ ਅਤੇ ਇੱਥੇ ਲੇਬਰ ਦੀ ਪ੍ਰੋਡਕਟਿਵਿਟੀ ਵੀ ਜ਼ਿਆਦਾ ਹੁੰਦੀ ਹੈ, ਇਸ ਕਰਕੇ ਲੇਬਰ ਨੂੰ ਜ਼ਿਆਦਾ ਵੇਜ ਰੇਟ ਮਿਲਦੀ ਹੈ। ਦੂਜਾ ਸੈਕਟਰ ਹੈ ਪ੍ਰਾਇਮਰੀ ਸੈਕਟਰ। ਪ੍ਰਾਇਮਰੀ ਸੈਕਟਰ ਦੇ ਵਿੱਚ ਆਊਟਪੁੱਟ ਦਾ ਲੈਵਲ ਲੋ ਹੁੰਦਾ ਹੈ, ਘੱਟ ਆਊਟਪੁੱਟ ਲੈਵਲ ਹੁੰਦਾ ਹੈ। ਲੇਬਰ ਦੀ ਮਾਰਜਨਲ ਪ੍ਰੋਡਕਟਿਵਿਟੀ 0 ਦੇ ਬਰਾਬਰ ਹੁੰਦੀ ਹੈ। ਲੇਬਰ ਨੂੰ ਸਬਸਿਸਟੈਂਸ ਵੇਜ ਰੇਟ ਦੇ ਬਰਾਬਰ ਮਜ਼ਦੂਰੀ ਮਿਲਦੀ ਹੈ। ਸਬਸਿਸਟੈਂਸ ਵੇਜ ਰੇਟ ਉਹ ਹੁੰਦੀ ਹੈ ਕਿ ਇੱਕ ਲੇਬਰ ਨੂੰ ਗੁਜ਼ਾਰਾ ਕਰਨ ਵਾਸਤੇ ਕਿੰਨੀ ਮਜ਼ਦੂਰੀ ਦੀ ਲੋੜ ਹੈ। ਮੰਨ ਲਓ ਇੱਕ ਲੇਬਰ ਨੂੰ ਇੱਕ ਦਿਨ ਦਾ ਗੁਜ਼ਾਰਾ ਕਰਨ ਵਾਸਤੇ 4 ਕਿਲੋ ਕਣਕ ਦੀ ਲੋੜ ਹੈ ਤਾਂ ਉਹਨੂੰ 4 ਕਿਲੋ ਕਣਕ ਹੀ ਦਿੱਤੀ ਜਾਊਗੀ, ਇਸ ਤੋਂ ਵੱਧ ਕਣਕ ਨਹੀਂ ਦਿੱਤੀ ਜਾਊਗੀ। ਜਿੰਨਾ ਉਹਦਾ ਗੁਜ਼ਾਰਾ ਕਰਨ ਵਾਸਤੇ ਮਜ਼ਦੂਰੀ ਦੀ ਲੋੜ ਹੈ ਓਨੀ ਮਜ਼ਦੂਰੀ ਉਸ ਨੂੰ ਦਿੱਤੀ ਜਾਊਗੀ, ਉਸ ਤੋਂ ਵੱਧ ਪ੍ਰਾਇਮਰੀ ਸੈਕਟਰ ਦੇ ਵਿੱਚ ਮਜ਼ਦੂਰੀ ਨਹੀਂ ਦਿੱਤੀ ਜਾਂਦੀ। ਹਾਂਜੀ, ਲੂਇਸ ਨੇ ਦੱਸਿਆ ਕਿ ਇਕੋਨਮੀ ਦੇ ਵਿੱਚ ਦੋ ਸੈਕਟਰ ਹੈ, ਕੈਪੀਟਲਿਸਟ ਸੈਕਟਰ ਅਤੇ ਪ੍ਰਾਇਮਰੀ ਸੈਕਟਰ। ਜਿਹੜਾ ਪ੍ਰਾਇਮਰੀ ਸੈਕਟਰ ਦੇ ਵਿੱਚ ਵਾਧੂ ਲੇਬਰ ਪਾਇਆ ਜਾਂਦਾ, ਪ੍ਰਾਇਮਰੀ ਸੈਕਟਰ ਨੂੰ ਸਬਸਿਸਟੈਂਸ ਸੈਕਟਰ ਵੀ ਕਿਹਾ ਜਾਂਦਾ ਹੈ। ਇਹ ਖੇਤੀ ਨਾਲ ਸੰਬੰਧਿਤ ਸੈਕਟਰ ਹੁੰਦਾ ਹੈ। ਜੇ ਇਸ ਸੈਕਟਰ 'ਚੋਂ ਜਿਹੜੇ ਡਿਸਗਾਈਜ਼ਡ ਅਨਇੰਪਲਾਇਡ ਜਿਹੜਾ ਲੇਬਰ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ ਜਾਂ ਅਨਲਿਮਿਟਿਡ ਸਪਲਾਈ ਹੈ ਲੇਬਰ ਦੀ, ਇੱਥੇ ਇਸ ਲੇਬਰ ਨੂੰ ਕੱਢ ਕੇ ਕੈਪੀਟਲਿਸਟ ਸੈਕਟਰ ਦੇ ਵਿੱਚ ਭੇਜਿਆ ਜਾਵੇ, ਜਿੱਥੇ ਕੈਪੀਟਲਿਸਟ ਸੈਕਟਰ ਦੇ ਵਿੱਚ ਲੇਬਰ ਨੂੰ ਜ਼ਿਆਦਾ ਮਜ਼ਦੂਰੀ ਮਿਲਦੀ ਹੈ ਪ੍ਰਾਇਮਰੀ ਸੈਕਟਰ ਨਾਲੋਂ। ਕੈਪੀਟਲਿਸਟ ਸੈਕਟਰ ਦੇ ਵਿੱਚ ਮਜ਼ਦੂਰੀ ਜ਼ਿਆਦਾ ਹੁੰਦੀ ਹੈ, ਪ੍ਰਾਇਮਰੀ ਸੈਕਟਰ ਦੇ ਵਿੱਚ ਮਜ਼ਦੂਰੀ ਘੱਟ ਮਿਲਦੀ ਹੈ। ਤਾਂ ਜੇਕਰ ਇਸ ਲੇਬਰ ਨੂੰ ਪ੍ਰਾਇਮਰੀ ਸੈਕਟਰ 'ਚੋਂ ਕੱਢ ਕੇ ਕੈਪੀਟਲਿਸਟ ਸੈਕਟਰ ਦੇ ਵਿੱਚ ਭੇਜਿਆ ਜਾਵੇ, ਜਿੱਥੇ ਉਸ ਨੂੰ ਕੈਪੀਟਲਿਸਟ ਸੈਕਟਰ ਤੋਂ ਘੱਟ ਮਜ਼ਦੂਰੀ ਅਤੇ ਪ੍ਰਾਇਮਰੀ ਸੈਕਟਰ ਤੋਂ ਜ਼ਿਆਦਾ ਮਜ਼ਦੂਰੀ ਪ੍ਰਾਪਤ ਹੋਵੇ, ਤਾਂ ਲੇਬਰ ਕੰਮ ਕਰਨ ਵਾਸਤੇ ਇੱਥੇ ਤਿਆਰ ਹੋਊਗਾ। ਮੰਨ ਲਓ ਉੱਥੇ ਪ੍ਰਾਇਮਰੀ ਸੈਕਟਰ ਦੇ ਵਿੱਚ ਲੇਬਰ ਨੂੰ 4 ਕਿਲੋ ਕਣਕ ਮਿਲਦੀ ਸੀ, ਜਿਹੜੀ ਉਹਦੀ ਸਬਸਿਸਟੈਂਸ ਵੇਜ ਰੇਟ ਦੇ ਬਰਾਬਰ ਸੀ। ਹੁਣ ਜਦੋਂ ਪ੍ਰਾਇਮਰੀ ਸੈਕਟਰ ਤੋਂ ਕੱਢ ਕੇ ਉਸਨੂੰ ਪ੍ਰਾਇਮਰੀ ਸੈਕਟਰ 'ਚੋਂ ਲਿਆ ਕੇ ਕੈਪੀਟਲਿਸਟ ਸੈਕਟਰ ਦੇ ਵਿੱਚ ਕੰਮ ਕਰਨ ਵਾਸਤੇ ਲਾਇਆ ਜਾਂਦਾ, ਤਾਂ ਇੱਥੇ ਉਹਨੂੰ 6 ਕਿਲੋ ਕਣਕ ਦੇ ਬਰਾਬਰ ਮਜ਼ਦੂਰੀ ਮਿਲਣ ਲੱਗ ਜਾਂਦੀ ਹੈ, ਤਾਂ ਇੱਥੇ ਉਹ ਕੰਮ ਕਰਨ ਵਾਸਤੇ ਤਿਆਰ ਹੋ ਜਾਊਗਾ। ਇੱਥੇ ਲੇਬਰ ਮੰਨ ਲਓ 8 ਕਿਲੋ ਕਣਕ ਪ੍ਰੋਡਿਊਸ ਕਰਦਾ ਅਤੇ ਉਸ ਨੂੰ ਮਜ਼ਦੂਰੀ 6 ਕਿਲੋ ਕਣਕ ਦੇ ਬਰਾਬਰ ਦਿੱਤੀ ਜਾਂਦੀ ਹੈ। ਲੇਬਰ ਦੀ ਪ੍ਰੋਡਕਟਿਵਿਟੀ ਜ਼ਿਆਦਾ ਹੈ ਅਤੇ ਮਜ਼ਦੂਰੀ ਉਸ ਨਾਲੋਂ ਘੱਟ ਦਿੱਤੀ ਜਾਂਦੀ ਹੈ। ਲੇਬਰ ਦੀ ਪ੍ਰੋਡਕਟਿਵਿਟੀ
ज़्यादा है, मजदूरी घट दी जाती है, इस करके एंटरप्रेन्योर नूं 2 किलो कणक के बराबर सरप्लस प्राप्त हो रहा है। तो ये सरप्लस है जिहड़ा ये एंटरप्रेन्योर वास्ते प्रॉफिट हुंदा है। इस प्रॉफिट नूं इन्वेस्टमेंट कर दिंदा है ते इन्वेस्टमेंट नाल कैपीटल फॉर्मेशन हुंदा है। कैपीटल फॉर्मेशन दे नाल इकनॉमिक डिवेलपमेंट हुंदा है। जिवें जिवें सरप्लस की मात्रा जिवें जिवें ग्रोथ प्रोसैस अगे चलती जाती है, उवें उवें ज़्यादा लेबर नूं वरत्या जाता है। जिवें जिवें लेबर ज़्यादा लगाया जाऊगा उवें उवें सरप्लस भी वधदा जाऊगा। मान लो एक लेबर तो 2 किलो कणक बच रही है, जे इकोनमी दे विच 100 लेबर काम करते हैं तो 200 किलो कणक सरप्लस हो रहा कैपिटलिस्ट नूं जां एंटरप्रेन्योर नूं। वो इस 200 किलो कणक नूं इन्वैसट करूगा ਜਾਂ 200 किलो कणक ਉਹਦਾ प्रॉफिट है, इसनूं इन्वेस्टमेंट करूगा। इन्वेस्ट करन नाल कैपीटल फॉर्मेशन होगा तो कैपीटल फॉर्मेशन दे नाल इकनॉमिक डिवेलपमेंट होगी। तो जिवें जिवें कैपीटल फॉर्मेशन की प्रोसैस अगे चलती जाती है उवें उवें लेबर की डिमांड भी वधन लग जाती है। लेबर की डिमांड वधन नाल लेबर पहलां नालों ज़्यादा मजदूरी की डिमांड करन लग जाता है। हुण वो अपनी मजदूरी उन्नी डिमांड करता है जिन्नी उसकी मार्जिनल प्रोडक्टिविटी हुंदी है। तो इस करके मार्जिनल प्रोडक्टिविटी जिन्नी है उन्नी मजदूरी मंगण लग जाता है, उन्नी मजदूरी की डिमांड करता है। लेबर की मार्जिनल प्रोडक्टिविटी है 8 किलो कणक तो वो वेज भी 8 किलो कणक ही डिमांड कर रहा है। तो इस करके सरप्लस 0 के बराबर है। जदों सरप्लस 0 हो जाता है तो एंटरप्रेन्योर के प्रॉफिट भी 0 हो जाएंगे। जदों प्रॉफिट 0 हो जाएंगे तो कैपीटल फॉर्मेशन वास्ते कुछ नहीं बचूगा। इस करके अगों इन्वेस्टमेंट है जिहड़ा वो रुक जूगा, तो ग्रोथ प्रोसैस रुक जाती है। इस तरह नाल ग्रोथ प्रोसैस की एक लिमिट होंदी है, ये लगातार नहीं चलती रहती। एक लिमिट ते जाके ग्रोथ प्रोसैस रुक जाती है, कैपीटल फॉर्मेशन रुक जाती है। पर लुइस ने यह सुझाव दिता है कि इस स्टेशनरी स्टेट चों भी बाहर निकलिया जा सकता है। इस ग्रोथ प्रोसैस नूं दोबारा तो चालू किया जा सकता है, जिवें लेबर माइग्रेट करवाया जाए, लेबर नूं दूजे अंडर डिवैलपड इकोनमीज़ दे विचों बुलाया जाए। जिहड़े लेबर नवें आउणगे वो घट मजदूरी उत्ते काम करन नूं तैयार हो जाणगे। इस करके एंटरप्रेन्योर नूं सरप्लस बचन लग जूगा तो इस बचे हुए इस सरप्लस की सहायता नाल कैपीटल फॉर्मेशन कर सकूगा। दूसरा एक्सपोर्ट ऑफ कैपीटल नूं एक्सपोर्ट किया जाए। जदों कैपीटल नूं एक्सपोर्ट किया जाऊगा तो कैपीटल की कमी होने नाल लेबर की डिमांड घटूगी। लेबर की डिमांड घट होने नाल वो घट मजदूरी के उत्ते काम करन नूं तैयार होगा। जदों ही लेबर आपदी मार्जिनल प्रोडक्टिविटी तो घट मजदूरी ते काम करन नूं तैयार होगा तो एंटरप्रेन्योर नूं सरप्लस बचन लग सरप्लस होण लग जूगा। तो इस सरप्लस नूं अगे इन्वेस्ट कर सकदा है। फिर तीसरा सुझाव जिहड़ा लुइस ने दिता है कि दोबारा तो ग्रोथ प्रोसैस नूं किवें चालू किया जा सकता है, यह बैंक क्रैडिट। बैंकों तो क्रैडिट लैके भी ग्रोथ प्रोसैस नूं शुरू किया जा सकता है। बैंक क्रैडिट लैके भी इन्वेस्टमेंट किया जा सकता है तो इस इन्वेस्टमेंट की सहायता नाल इकनॉमिक डिवेलपमेंट किया जा सकता है। थैंक यू स्टूडेंट्स।